लेकिन जदों भी किसी ਨੂੰ ਬਾਹਰੋਂ ਇੰਡੀਆ ਐਕਸਟਰਾਡਾਈਟ ਕਰਨਾ ਤੇ ਉਹਦੇ ਵਾਸਤੇ ਦੋ ਚੀਜ਼ਾਂ ਜ਼ਰੂਰੀ ਨੇ। ਇੱਕ ਤੇ ਉਹਦੇ 'ਚ ਘੱਟੋ ਘੱਟ 3 ਸਾਲ ਸਜ਼ਾ ਹੋਣੀ ਚਾਹੀਦੀ ਜਿਸ offense ਦੇ ਵਿੱਚ ਉਹਨੂੰ ਇੰਡੀਆ ਲੈ ਕੇ ਆਉਣਾ। ਦੂਜਾ ਵੱਧ ਤੋਂ ਵੱਧ ਮੌਤ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਤੇ ਦੋਨੋਂ ਕੰਟਰੀਜ਼ ਦੇ ਵਿੱਚ ਉਹ ਜਿਹੜੀ ਘਟਨਾ ਵਾਪਰੀ ਉਹ offense ਹੋਣਾ ਚਾਹੀਦਾ। ਉਹ ਜਨੇਵਾ ਕਨਵੈਨਸ਼ਨ ਦੇ ਅਧੀਨ ਉਹ ਕਹਿੰਦੇ ਨੇ ਵੀ ਜੇਕਰ ਕਿਸੇ ਕੰਟਰੀ ਨੇ ਇੱਕ ਦੋਸ਼ੀ ਨੂੰ ਦੂਸਰੇ ਦੇਸ਼ ਨੂੰ ਸੌਂਪਣਾ ਤੇ ਉੱਥੇ ਡੈਥ ਸੈਂਟੈਂਸ ਨਹੀਂ ਹੋਣੀ ਚਾਹੀਦੀ। ਇਹ ਇੱਕ ਵੱਡੀ ਅੜਚਨ ਪੈਦਾ ਹੋ ਸਕਦੀ ਜਦੋਂ ਉਹਨੂੰ ਇੰਡੀਆ ਲੈ ਕੇ ਆਓ। ਮੈਂ ਤੁਹਾਨੂੰ ਮੇਨ ਕੇਸ ਦੱਸ ਦਿੰਦਾ। ਭਾਈ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਨੂੰ ਇੰਡੀਆ ਐਕਸਟਰਾਡਾਈਟ ਕੀਤਾ ਜਰਮਨ ਤੋਂ, ਲੇਕਿਨ ਜਦੋਂ ਐਕਸਟਰਾਡਾਈਟ ਕੀਤਾ ਤੇ ਉਦੋਂ ਸਰਕਾਰ ਨੇ ਲਿਖ ਕੇ ਦਿੱਤਾ ਸੀਗਾ ਵੀ ਅਸੀਂ ਇਹਨਾਂ ਨੂੰ ਡੈਥ ਸੈਂਟੈਂਸ ਨਹੀਂ ਦੇਵਾਂਗੇ। ਲੇਕਿਨ ਉਸ ਤੋਂ ਬਾਅਦ ਅਦਾਲਤ ਨੇ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਲੇਕਿਨ ਇੱਕ ਗੱਲ ਵਰਲਡ ਲੈਵਲ 'ਤੇ ਚੱਲੀ ਗਈ ਵੀ ਜਿਹੜੀ ਭਾਰਤ ਦੀ ਸਰਕਾਰ ਹੈ ਇਹਨੇ ਜਿਹੜੀ ਗੱਲ ਇੰਟਰਨੈਸ਼ਨਲ ਲੈਵਲ 'ਤੇ ਦੂਸਰੀ ਕੰਟਰੀ ਦੇ ਨਾਲ ਕਹੀ ਉਸ ਗੱਲ 'ਤੇ ਪੂਰਾ ਨਹੀਂ ਉਤਰੇ। ਟੈਕਨੀਕਲ ਚੀਜ਼ਾਂ ਹੈਗੀਆਂ ਨੇ, ਇਹ ਚੀਜ਼ਾਂ ਮੈਨੂੰ ਲੱਗਦਾ ਵੀ ਗੈਂਗਸਟਰਾਂ ਨੂੰ ਵੀ ਪਤਾ ਹੋਣਗੀਆਂ। ਉਹ ਵੀ ਅੱਜ ਕੱਲ੍ਹ ਇੰਨੇ ਕੁ ਤਾਂ ਸਿਆਣੇ ਹੋ ਚੁੱਕੇ ਨੇ ਤੇ ਜਦੋਂ ਇਹ ਬਾਹਰ ਬਹਿੰਦੇ ਨੇ ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੁੰਦੇ, ਉਹੀ ਕਾਰਨ ਮੰਨ ਲਈਏ ਵੀ ਇਹਨਾਂ ਦਾ ਬਾਹਰ ਬਹਿਣ ਦਾ ਕਾਰਨ ਇਹ ਕਿ ਲੰਬਾ ਸਮਾਂ ਬੀਤ ਜੂਗਾ, ਇੱਧਰ ਲਿਆਉਣਾ ਬਹੁਤ ਔਖਾ ਉਹਨਾਂ ਨੂੰ। ਇੱਥੋਂ ਜਦੋਂ ਇੰਟਰਪੋਲ ਨੋਟਿਸ ਦੇ ਦਿੰਦੀ ਹੈ, ਉਹ ਰੈੱਡ ਕਾਰਨਰ ਨੋਟਿਸ ਦਿੰਦੀ ਤੇ ਉੱਥੇ ਉਹ ਬੰਦੇ ਨੂੰ ਇੰਟਰਸੈਪਟ ਕਰ ਲਿਆ ਜਾਂਦਾ ਹੈ। ਉਹਨੂੰ ਫੜ ਕੇ ਤੇ ਉਹਦੇ ਤੇ ਫਿਰ ਇੰਡੀਅਨ ਗਵਰਨਮੈਂਟ ਇੱਥੋਂ ਆਪਣਾ ਵਕੀਲ ਕਰਦੀ ਹੈ। ਉਹ ਉੱਥੇ ਜਾ ਕੇ ਐਕਸਟ੍ਰਾਡੀਸ਼ਨ ਦੇ ਅਰੇਂਜਮੈਂਟਸ ਦੇ ਅਧੀਨ ਹੀ ਉਹਦੇ ਤੇ ਕੇਸ ਦਾਇਰ ਕੀਤਾ ਜਾਂਦਾ ਅਦਾਲਤ ਦੇ ਵਿੱਚ। ਉਹ ਫਿਰ ਅਦਾਲਤ ਡਿਸਾਈਡ ਕਰਦੀ ਹੈ ਵੀ ਬੰਦੇ ਨੂੰ ਭੇਜਣਾ ਕਿ ਨਹੀਂ ਭੇਜਣਾ। ਵੈਸੇ ਇੰਡੀਅਨ ਕਾਨੂੰਨ ਦੇ ਮੁਤਾਬਕ ਜਿਹੜੀ ਕਨਫੈਸ਼ਨਲ ਸਟੇਟਮੈਂਟ ਹੈਗੀ ਉਹਨੂੰ ਕਨਫੈਸ਼ਨਲ ਸਟੇਟਮੈਂਟ ਹੀ ਕਹਿ ਦਿੰਦੇ ਆ ਵੀ ਆਪਣੇ ਗੁਨਾਹ ਨੂੰ ਕਬੂਲ ਕਰ ਲੈਣਾ ਤੇ ਇਹਨੂੰ ਵੀਕ ਐਵੀਡੈਂਸ ਗਿਣਿਆ ਜਾਂਦਾ ਜਦ ਤੱਕ ਕੋਈ ਬੰਦਾ ਕੋਈ ਡਾਇਰੈਕਟ ਐਵੀਡੈਂਸ ਨਾ ਹੋਵੇ ਵੀ ਇਹਨੇ ਕੀਤਾ ਜਾਂ ਇਹਨੂੰ ਕਰਾਇਆ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਬਾਹਰ ਬੈਠੇ ਗੋਲਡੀ ਬਰਾੜ ਨੇ ਲਈ ਸੀ। ਗੋਲਡੀ ਬਰਾੜ ਦੇ ਕੋਲੋਂ ਜਦੋਂ ਇਹ ਤਾਰ ਜੁੜੇ ਤਾਂ ਫਿਰ ਲਾਰੈਂਸ ਬਿਸ਼ਨੋਈ ਦਾ ਨਾਮ ਆਇਆ। ਕਈ ਨੌਜਵਾਨਾਂ ਦਾ ਨਾਮ ਇਸ ਕੇਸ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ। ਦਿੱਲੀ ਸਪੈਸ਼ਲ ਸੈੱਲ ਨੇ ਹੁਣ ਯੂਆਪਾ ਦੇ ਕੇਸ ਵੀ ਇਹਨਾਂ ਦੇ ਉੱਪਰ ਦਰਜ ਕਰ ਦਿੱਤੇ ਨੇ ਤਾਂ ਹਰ ਇੱਕ ਦੀ ਜ਼ੁਬਾਨ ਦੇ ਉੱਪਰ ਹੁਣ ਇਹ ਗੱਲ ਹੈ ਕਿ ਕੈਨੇਡਾ ਬੈਠੇ ਗੋਲਡੀ ਬਰਾੜ ਨੂੰ ਕੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਜਾਂ ਫਿਰ ਨਹੀਂ। ਤਾਂ ਜੇ ਲਿਆਂਦਾ ਜਾ ਸਕਦਾ ਹੈ ਤੇ ਉਸ ਨੂੰ ਕਿਵੇਂ ਲਿਆਉਣਾ ਹੈ, ਜੇ ਨਹੀਂ ਲਿਆਂਦਾ ਜਾ ਸਕਦਾ ਤੇ ਉਸ ਨੂੰ ਕਿਉਂ ਨਹੀਂ ਲਿਆਂਦਾ ਜਾ ਸਕਦਾ। ਮੇਰੇ ਨਾਲ ਪਰਮਿੰਦਰ ਸਿੰਘ ਢੀਂਗਰਾ ਨੇ, ਵਕੀਲ ਨੇ, ਇਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਇੰਨਾ ਲੰਬਾ ਸਮਾਂ ਹੋ ਗਿਆ, ਕਿਉਂ ਨਹੀਂ ਲਿਆਂਦਾ ਗਿਆ ਅਜੇ ਤੱਕ ਗੋਲਡੀ ਬਰਾੜ ਨੂੰ, ਕਿਵੇਂ ਲਿਆਂਦਾ ਜਾਣਾ ਹੈ। ਤਾਂ ਢੀਂਗਰਾ ਸਾਹਿਬ, ਸਭ ਤੋਂ ਪਹਿਲਾਂ ਸਮਾਂ ਦੇਣ ਦੇ ਲਈ ਧੰਨਵਾਦ। ਤਾਂ ਸਭ ਤੋਂ ਪਹਿਲਾਂ ਇਹੀ ਕਿ ਸ਼ਰੇਆਮ ਉਹਨੇ ਮੰਨਿਆ, ਜ਼ਿੰਮੇਵਾਰੀ ਲਈ ਕਿ ਇਸ ਨੂੰ ਅਸੀਂ ਮਰਵਾਇਆ ਏ, ਤਾਂ ਭਾਰਤ ਸਰਕਾਰ ਜਾਂ ਪੰਜਾਬ ਦੀ ਸਰਕਾਰ ਵੇਲਾ ਕੀ ਵੇਖਣ ਦੀ ਉਹਨੂੰ ਉਧਰੋਂ ਲਿਆਂਦਾ ਕਿਉਂ ਨਹੀਂ ਪਈ? ਦੇਖੋ, ਜਿਹੜੀ ਤੁਸੀਂ ਗੱਲ ਕਹਿ ਰਹੇ ਵੀ ਉਹਨੇ ਮੰਨਿਆ, ਵੈਸੇ ਤੇ ਅਦਾਲਤਾਂ ਦੇ ਵਿੱਚ ਜਿਹੜੀ ਕਨਫੈਸ਼ਨਲ ਸਟੇਟਮੈਂਟ ਹੁੰਦੀ ਉਹਨੂੰ ਬੜਾ ਵੀਕ ਗਿਣਿਆ ਜਾਂਦਾ ਵੀ ਜਿਹੜਾ ਬੰਦਾ ਕਹਿ ਦੇਵੇ ਮੈਂ ਕੀਤਾ ਪੁਲਿਸ ਦੀ ਹਾਜ਼ਰੀ ਦੇ ਵਿੱਚ, ਇਹਨੂੰ ਕਨਫੈਸ਼ਨਲ ਸਟੇਟਮੈਂਟ ਵੀਕ ਹੁੰਦੀ ਹੈ ਜਦ ਤੱਕ ਕੋਈ ਨਾ ਆ ਕੇ ਕਹਿ ਦੇਵੇ ਵੀ ਇਹਨੇ ਆ ਸਾਰਾ ਕੁਝ ਕੀਤਾ ਜਾਂ ਇਹਨੇ ਕਰਵਾਇਆ। ਰਹੀ ਗੱਲ ਉਹਨੂੰ ਬਾਹਰੋਂ ਲਿਆਉਣ ਦੀ, ਇਹ ਜਿਹੜਾ ਬਾਹਰੋਂ ਲਿਆਉਣ ਦਾ ਪ੍ਰੋਸੈਸ ਹੈ ਬੜਾ ਲੰਬਾ ਪ੍ਰੋਸੈਸ ਹੈ। ਇਹਨੂੰ ਲਿਆਉਣ ਦੇ ਲਈ ਜਦੋਂ ਇੰਡੀਆ ਤੋਂ ਕੋਈ ਬਾਹਰੋਂ ਕਿਸੇ ਦੋਸ਼ੀ ਨੂੰ ਲਿਆਉਣਾ, ਉਹਨੂੰ ਐਕਸਟ੍ਰਾਡੀਸ਼ਨ ਰਾਹੀਂ ਇੰਡੀਆ ਲਿਆਂਦਾ ਜਾ ਸਕਦਾ ਕਿਸੇ ਵੀ ਕੰਟਰੀ ਤੋਂ ਜਦੋਂ ਵੀ ਲਿਆਉਣਾ। ਉਹਦੇ ਵਾਸਤੇ ਦੋ ਪ੍ਰੋਸੀਜਰ ਨੇ। ਇੱਕ ਤੇ ਐਕਸਟ੍ਰਾਡੀਸ਼ਨ ਟ੍ਰੀਟੀ ਹੋਣੀ ਚਾਹੀਦੀ ਹੈ। ਜੇ ਐਕਸਟ੍ਰਾਡੀਸ਼ਨ ਟ੍ਰੀਟੀ ਨਹੀਂ ਹੈਗੀ ਫਿਰ ਐਕਸਟ੍ਰਾਡੀਸ਼ਨ ਅਰੇਂਜਮੈਂਟਸ ਹੋਏ ਨੇ। ਉਹ ਕਈ ਜਗ੍ਹਾ ਤੇ ਕੁਝ ਕੰਟਰੀਆਂ ਦੇ ਨਾਲ ਸਾਂਝੇ ਰੂਪ ਦੇ ਵਿੱਚ ਹੋਏ ਨੇ, ਕਿਤੇ ਬਿਲੈਟਰਲ ਹੋਏ ਨੇ, ਕਿਤੇ ਮਲਟੀਲੈਟਰਲ ਹੋਏ ਨੇ, ਇਸ ਤਰ੍ਹਾਂ ਹੋਏ ਨੇ। ਤੇ ਕੁਝ ਜਦੋਂ ਦੇਸ਼ ਆਜ਼ਾਦ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਸਾਰੇ ਵੀ ਅੰਗਰੇਜ਼ਾਂ ਦੀਆਂ, ਇੰਗਲੈਂਡ ਦੀਆਂ ਸਾਰੀਆਂ ਕਲੋਨੀਆਂ ਹੀ ਸੀ ਇੱਕ ਤਰ੍ਹਾਂ ਨਾਲ। ਤੇ ਉਹ ਜਿੰਨੀਆਂ ਵੀ ਕਾਮਨਵੈਲਥ ਕੰਟਰੀਜ਼ ਹੈਗੀਆਂ ਨੇ, ਇਹਨਾਂ ਸਾਰੀਆਂ ਕੰਟਰੀਆਂ ਜਿਹੜੀਆਂ ਵੀ ਉਸ ਵੇਲੇ ਅੰਗਰੇਜ਼ਾਂ ਦੇ ਅਧੀਨ ਸੀ, ਉਹਨਾਂ ਦੇ ਸਾਂਝੇ ਐਗਰੀਮੈਂਟ ਹੋਏ ਨੇ। ਉਹਦੇ ਤਹਿਤ ਵੀ ਕੁਝ ਬੰਦੇ ਕੁਝ ਕੰਟਰੀਜ਼ ਤੋਂ ਲਿਆਂਦੇ ਜਾ ਸਕਦੇ ਨੇ, ਜਿਹਨੂੰ ਐਕਸਟ੍ਰਾਡੀਸ਼ਨ ਅਰੇਂਜਮੈਂਟਸ ਕਹਿ ਦਿੱਤਾ ਜਾਂਦਾ ਹੈ। ਹੁਣ ਜਿੱਥੇ ਕੈਨੇਡਾ ਦਾ ਸਵਾਲ ਹੈ, ਇੱਥੇ ਕੈਨੇਡਾ ਦੇ ਨਾਲ ਇੰਡੀਅਨ ਗਵਰਨਮੈਂਟ ਦੀ ਐਕਸਟ੍ਰਾਡੀਸ਼ਨ ਟ੍ਰੀਟੀ ਹੈਗੀ ਹੈ। ਜੇ ਕਿਸੇ ਨੂੰ ਕੈਨੇਡਾ ਤੋਂ ਲਿਆਉਣਾ ਤੇ ਉਹਨੂੰ ਇੰਡੀਆ ਲਿਆਂਦਾ ਜਾ ਸਕਦਾ। ਲੇਕਿਨ ਜਦੋਂ ਵੀ ਕਿਸੇ ਨੂੰ ਬਾਹਰੋਂ ਇੰਡੀਆ ਐਕਸਟਰਾਡਾਈਟ ਕਰਨਾ ਤੇ ਉਹਦੇ ਵਾਸਤੇ ਦੋ ਚੀਜ਼ਾਂ ਜ਼ਰੂਰੀ ਨੇ। ਇੱਕ ਤੇ ਉਹਦੇ 'ਚ ਘੱਟੋ ਘੱਟ 3 ਸਾਲ ਸਜ਼ਾ ਹੋਣੀ ਚਾਹੀਦੀ ਜਿਸ offense ਦੇ ਵਿੱਚ ਉਹਨੂੰ ਇੰਡੀਆ ਲੈ ਕੇ ਆਉਣਾ। ਦੂਜਾ, ਵੱਧ ਤੋਂ ਵੱਧ ਮੌਤ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਤੇ ਦੋਨੋਂ ਕੰਟਰੀਜ਼ ਦੇ ਵਿੱਚ ਉਹ ਜਿਹੜੀ ਘਟਨਾ ਵਾਪਰੀ ਉਹ offense ਹੋਣਾ ਚਾਹੀਦਾ। ਹੁਣ ਜਿਵੇਂ ਕਤਲ ਤੇ ਸਾਰੇ ਪਾਸੇ ਹੀ ਹੈ, ਉਹਨੂੰ ਲਿਆਂਦਾ ਜਾ ਸਕਦਾ। ਲੇਕਿਨ ਬੜੀ ਵੱਡੀ ਅੜਚਨ ਆ ਜਾਂਦੀ ਹੈ ਜਦੋਂ ਭਾਰਤ ਦੇ ਵਿੱਚ 302 ਦੇ ਵਿੱਚ ਕਤਲ ਦੀ ਸਜ਼ਾ ਹੈ, ਮੌਤ ਦੀ ਸਜ਼ਾ ਤੇ ਕਈਆਂ ਕੰਟਰੀਜ਼ ਦੇ ਵਿੱਚ ਨਹੀਂ। ਬਹੁਤ ਸਾਰੀਆਂ ਕੰਟਰੀਜ਼ ਨੇ ਜਿਹੜੀ ਡੈਥ ਸੈਂਟੈਂਸ ਹੈਗੀ ਹੈ ਉਹਨੂੰ ਖਤਮ ਕਰ ਦਿੱਤਾ। ਤੇ ਜਿਹੜੀ ਜਨੇਵਾ ਕਨਵੈਨਸ਼ਨ ਹੈ ਉਹ ਇਹ ਵੀ ਕਹਿੰਦੀ ਹੈ ਵੀ ਡੈਥ ਸੈਂਟੈਂਸ ਨਹੀਂ ਹੋਣੀ ਚਾਹੀਦੀ, ਚਾਹੇ ਬੰਦੇ ਨੇ ਕਿੰਨਾ ਵੀ ਵੱਡਾ ਪਾਪ ਕੀਤਾ, ਗੁਨਾਹ ਕੀਤਾ,
ਤੇ ਇੱਕ ਇਨਸਾਨ ਨੂੰ ਇਨਸਾਨ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ। ਉਹ ਜਨੇਵਾ ਕਨਵੈਨਸ਼ਨ ਦੇ ਅਧੀਨ ਉਹ ਕਹਿੰਦੇ ਨੇ ਵੀ ਜੇਕਰ ਕਿਸੇ ਕੰਟਰੀ ਨੇ ਇੱਕ ਦੋਸ਼ੀ ਨੂੰ ਦੂਸਰੇ ਦੇਸ਼ ਨੂੰ ਸੌਂਪਣਾ ਤੇ ਉੱਥੇ ਡੈਥ ਸੈਂਟੈਂਸ ਨਹੀਂ ਹੋਣੀ ਚਾਹੀਦੀ। ਇਹ ਇੱਕ ਵੱਡੀ ਅੜਚਨ ਪੈਦਾ ਹੋ ਸਕਦੀ ਜਦੋਂ ਉਹਨੂੰ ਇੰਡੀਆ ਲੈ ਕੇ ਆਉਣਾ। ਤੇ ਇਹ ਭਾਰਤ ਸਰਕਾਰ ਦੇ ਵੱਲੋਂ ਕੋਈ ਹੁਣ ਤੱਕ ਉਹਨੂੰ ਉਧਰੋਂ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈਗੀ? ਇਹਦੇ ਬਾਰੇ ਤਾਂ ਦੇਖੋ ਸਰਕਾਰ ਹੀ ਦੱਸ ਸਕਦੀ ਵੀ ਉਹ ਜਿਹੜੀਆਂ ਆਪਣੀਆਂ ਇੰਡੀਅਨ ਗਵਰਨਮੈਂਟ ਏਜੰਸੀਜ਼ ਹੈਗੀਆਂ ਨੇ ਉਹ ਕੀ ਕਰ ਰਹੀਆਂ ਨੇ। ਮੈਂ ਤਾਂ ਤੁਹਾਨੂੰ ਪ੍ਰੋਸੀਜਰ ਦੱਸ ਰਿਹਾ ਵੀ ਲਿਆਉਣ ਦਾ ਪ੍ਰੋਸੀਜਰ ਕੀ ਹੈ। ਅੱਛਾ, ਕੋਈ ਇਹਦਾ ਪ੍ਰੋਸੈਸ ਜਿਵੇਂ ਸ਼ੁਰੂਆਤੀ ਦੌਰ ਦੇ ਵਿੱਚ ਕੀ ਦੇਖਣਾ ਹੁੰਦਾ? ਜਿਵੇਂ ਤੁਸੀਂ ਐਕਸਟਰਾ ਐਡੀਸ਼ਨ ਦੀ ਦੱਸੀ ਗਈ ਗੱਲ ਵੀ ਉਹ ਸੇਮ ਪ੍ਰੋਸੈਸ ਹੋਣਾ ਚਾਹੀਦਾ ਉਧਰ, ਤਾਂ ਇਧਰੋਂ ਅਜੇ ਤੱਕ ਜਿਹੜਾ ਵਾ ਉਹ ਚੀਜ਼ਾਂ ਰਲਦੀਆਂ ਹੈ, ਉਹਨੂੰ ਲਿਆਂਦਾ ਜਾ ਸਕਦਾ ਉੱਦਾਂ? ਮੈਂ ਤੁਹਾਨੂੰ ਦੱਸਦਾ ਨਾ, ਜਿਵੇਂ ਇਸ ਤੋਂ ਪਹਿਲਾਂ ਵੀ ਐਕਸਟ੍ਰਾਡੀਸ਼ਨ ਕਈਆਂ ਦੋਸ਼ੀਆਂ ਨੂੰ ਇੰਡੀਆ ਲਿਆਂਦਾ ਗਿਆ ਇੰਡੀਅਨ ਗਵਰਨਮੈਂਟ ਨੇ ਚਾਰਜ ਕਰਕੇ। ਮੈਂ ਤੁਹਾਨੂੰ ਮੇਨ ਕੇਸ ਦੱਸਦਾ ਨਾ, ਭਾਈ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਨੂੰ ਇੰਡੀਆ ਐਕਸਟ੍ਰਾਡਾਈਟ ਕੀਤਾ ਜਰਮਨ ਤੋਂ। ਲੇਕਿਨ ਜਦੋਂ ਐਕਸਟ੍ਰਾਡਾਈਟ ਕੀਤਾ ਤੇ ਉਦੋਂ ਸਰਕਾਰ ਨੇ ਲਿਖ ਕੇ ਦਿੱਤਾ ਸੀਗਾ ਵੀ ਅਸੀਂ ਇਹਨਾਂ ਨੂੰ ਡੈਥ ਸੈਂਟੈਂਸ ਨਹੀਂ ਦੇਵਾਂਗੇ। ਲੇਕਿਨ ਉਸ ਤੋਂ ਬਾਅਦ ਅਦਾਲਤ ਨੇ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਉਸ ਤੋਂ ਬਾਅਦ ਉਹ ਗੱਲ ਵੱਖਰੀ ਹੈ ਵੀ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ। ਲੇਕਿਨ ਇੱਕ ਗੱਲ ਵਰਲਡ ਲੈਵਲ ਤੇ ਚੱਲੀ ਗਈ ਵੀ ਜਿਹੜੀ ਭਾਰਤ ਦੀ ਸਰਕਾਰ ਹੈ ਇਹਨੇ ਜਿਹੜੀ ਗੱਲ ਇੰਟਰਨੈਸ਼ਨਲ ਲੈਵਲ ਤੇ ਦੂਸਰੀ ਕੰਟਰੀ ਦੇ ਨਾਲ ਕਹੀ, ਉਸ ਗੱਲ ਤੇ ਪੂਰਾ ਨਹੀਂ ਉਤਰੇ। ਉਸ ਤੋਂ ਬਾਅਦ ਭਾਈ ਪਰਮਜੀਤ ਸਿੰਘ ਪੰਮੇ ਦਾ ਕੇਸ ਹੋਇਆ, ਉਹਨਾਂ ਨੂੰ ਥਾਈਲੈਂਡ ਦੇ ਵਿੱਚ ਰੋਕ ਲਿਆ ਗਿਆ, ਬਾਹਰ ਰੋਕ ਲਿਆ ਗਿਆ ਤੇ ਉਹਦੇ ਤੇ ਉੱਥੇ ਕੇਸ ਚੱਲਿਆ। ਥਾਈਲੈਂਡ ਕੇ ਪੁਰਤਗਾਲ ਹੁਣ ਬਾਹਰ ਰੋਕ ਲਿਆ ਗਿਆ, ਉਹਦੇ ਤੇ ਕੇਸ ਚੱਲਿਆ ਵੀ ਇਹਨੂੰ ਇੰਡੀਆ ਚਾਹੀਦਾ, ਸਾਨੂੰ ਬੰਦਾ ਵਾਂਟਡ ਹੈ। ਤੇ ਉੱਥੇ ਇੰਡੀਅਨ ਗਵਰਨਮੈਂਟ ਕੇਸ ਲੂਜ਼ ਕਰ ਗਈ, ਉਹਨਾਂ ਨੇ ਬੰਦਾ ਇੰਡੀਆ ਭੇਜਿਆ ਹੀ ਨਹੀਂ, ਉੱਥੋਂ ਵਾਪਸ ਉਹਨੂੰ ਇੰਗਲੈਂਡ ਭੇਜ ਦਿੱਤਾ ਗਿਆ। ਕਈ ਵਾਰੀ ਹੋ ਜਾਂਦਾ, ਜਿਵੇਂ ਅੱਬੂ ਸਲੇਮ ਦਾ ਕੇਸ ਹੈ, ਉਹਨੂੰ ਜਦੋਂ ਇੰਡੀਆ ਐਕਸਟ੍ਰਾਡਾਈਟ ਕੀਤਾ ਪੁਰਤਗਾਲ ਤੋਂ, ਉਹਨਾਂ ਨੇ ਫਿਰ ਵਿਦ ਕੰਡੀਸ਼ਨ ਕੀਤਾ ਵੀ ਉਹਨੂੰ 20 ਸਾਲ ਤੋਂ ਵੱਧ ਸਜ਼ਾ ਨਹੀਂ ਦੇਵਾਂਗੇ। ਇਦਾਂ ਦੇ ਕੇਸ ਹੋ ਜਾਂਦੇ ਨੇ ਕਈ ਵਾਰੀ। ਇੱਕ ਗੱਲ ਇਹ ਵੀ ਹੈ ਕਿ ਹੁਣ ਯੂਆਪਾ ਜਿਹੜਾ ਵਾ ਦਿੱਲੀ ਦੀ ਸਪੈਸ਼ਲ ਸੈੱਲ ਨੇ ਲਗਾ ਦਿੱਤਾ, ਕੋਈ ਯੂਆਪਾ ਮਦਦ ਕਰੇਗਾ ਉਹਨਾਂ ਨੂੰ ਇੱਧਰ ਲਿਆਉਣ ਦੇ ਵਿੱਚ? ਦੇਖੋ, ਜੇਕਰ ਤੋਂ ਜਦੋਂ ਬੰਦਾ ਲੈ ਕੇ ਆਣਾ ਫਿਰ ਤੇ 302 ਹੀ ਬਹੁਤ ਹੈ। ਯੂਆਪਾ ਲਾਉਣ ਦੀ ਭਾਵਨਾ ਇਹ ਹੋ ਸਕਦੀ ਹੈ ਵੀ ਜਦੋਂ ਵੀ ਜਿਹੜੇ ਬੰਦੇ ਕੋਈ ਇੱਥੇ ਇੰਡੀਆ ਦੇ ਵਿੱਚ ਜਿਨ੍ਹਾਂ ਦੇ ਖਿਲਾਫ ਮੁਕੱਦਮੇ ਚੱਲ ਰਹੇ ਨੇ, ਜਿਹੜੇ ਦਾ ਬਾਹਰ ਬੈਠੇ ਉਹਨਾਂ ਤੇ ਜੋ ਮਰਜ਼ੀ ਲਈ ਚੱਲੋ, ਤੇ ਜੇ ਉਹਨਾਂ ਨੂੰ ਲਿਆਣਾ ਉਹਨਾਂ ਵਾਸਤੇ 420 ਵੀ ਐਕਸਟ੍ਰਾਡੀਸ਼ਨ ਦਾ ਇੱਕ ਆਫੈਂਸ ਹੈਗਾ, ਇੱਕ ਸੈਕਸ਼ਨ ਹੈਗਾ, ਉਹਦੇ ਵਿੱਚ ਵੀ ਲਿਆਂਦਾ ਜਾ ਸਕਦਾ। ਜ਼ਰੂਰੀ ਨਹੀਂ 302 ਹੀ ਲੈਣੀ, ਹੋ ਸਕਦਾ ਬੰਦਾ 302 ਚ ਨਾ ਆਵੇ, 420 ਚ ਲਿਆਣਾ ਸੌਖਾ ਹੋ ਸਕਦਾ, ਕਿਉਂਕਿ ਉਹਦੇ ਵਾਸਤੇ ਕੋਈ ਅੜਚਨ ਨਹੀਂ ਆਣੀ ਕਾਨੂੰਨੀ ਤੌਰ ਤੇ, ਕਿਉਂਕਿ ਉਹਦੇ ਵਿੱਚ ਵੱਧ ਤੋਂ ਵੱਧ 7 ਸਾਲ ਸਜ਼ਾ ਹੋ ਸਕਦੀ ਹੈ, ਬਾਹਰ ਵੀ ਇੰਨੀ ਕੁ ਹੋਵੇ ਤੇ ਦੋਨੋਂ ਕੰਟਰੀ ਦੇ ਵਿੱਚ ਜੇ ਸੇਮ ਅਫੈਂਸ ਹੈ ਤੇ ਉਹਨੂੰ ਇੰਡੀਆ ਲਿਆਂਦਾ ਜਾ ਸਕਦਾ। ਲੇਕਿਨ ਜੇਕਰ ਲਾਈਫ ਇੰਪ੍ਰਿਜ਼ਨਮੈਂਟ ਜਾਂ ਮੌਤ ਦੀ ਸਜ਼ਾ ਹੋ ਜਾਂਦੀ ਹੈ, ਜਿਹੜਾ ਅਫੈਂਸ ਦੇ ਵਿੱਚ ਇੰਡੀਆ ਦੇ ਵਿੱਚ ਹੈਗੀ ਹੈ, ਉਹਨਾਂ ਦੇ ਵਿੱਚ ਲਿਆਉਣ 'ਚ ਕਈ ਵਾਰੀ ਦਿੱਕਤ ਹੋ ਜਾਂਦੀ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਕੇਸ ਦੀ ਜ਼ਿਕਰ ਕੀਤਾ, ਇਹ ਜਿਵੇਂ 302 ਲੱਗੀ ਹੈ ਤੇ ਇਸ ਮਰਡਰ ਕੇਸ ਹੈ, ਇਹਦੇ ਵਿੱਚ ਵੀ 302 ਦਾ ਪਰਚਾ, ਤੇ ਇਹਦੇ ਵਿੱਚ ਹੋ ਸਕਦਾ ਦਿੱਕਤ ਹੋਵੇ। ਹੁਣ ਜਿਹੜਾ ਤੁਸੀਂ ਯੂਆਪਾ ਦੀ ਗੱਲ ਕੀਤੀ, ਯੂਆਪਾ ਲਾਉਣ ਦਾ ਸਿਰਫ ਇਹੋ ਕਾਰਨ ਹੋ ਸਕਦਾ ਬੰਦੇ ਇੰਡੀਆ ਵਿੱਚ ਫੜੇ ਹੋਏ ਨੇ। ਉੱਦਾਂ ਜੇਕਰ 3 ਮਹੀਨੇ ਦੇ ਵਿੱਚ 90 ਦਿਨਾਂ ਦੇ ਵਿੱਚ ਉਹਦਾ ਚਲਾਨ ਨਾ ਪੇਸ਼ ਕੀਤਾ ਜਾਵੇ ਤੇ ਉਹਨਾਂ ਦੀ ਜ਼ਮਾਨਤ ਹੋ ਸਕਦੀ ਜਿਹੜੇ ਦੋਸ਼ੀ ਨੇ। ਤੇ ਜੇ ਹੋ ਸਕਦਾ ਵੀ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ, ਬਹੁਤ ਸਾਰੇ ਨੰਬਰ ਆਫ ਇਹਦੇ ਵਿੱਚ ਅਕਿਊਜ਼ਡ ਹੈਗੇ ਨੇ ਜੋ ਨਾਮਜ਼ਦ ਕੀਤੇ ਨੇ ਦੋਸ਼ੀ, ਤੇ ਕੁਝ ਬੰਦੀਆਂ ਤੋਂ ਬਾਹਰ ਨੇ। ਕੋਈ ਸਰਕਾਰ ਚਾਹੁੰਦੀ ਹੋਵੇ ਵੀ ਜਾਂ ਇਨਵੈਸਟੀਗੇਸ਼ਨ ਏਜੰਸੀਆਂ ਚਾਹੁੰਦੀਆਂ ਹੋਣ ਵੀ ਇਹਨਾਂ ਨੂੰ ਬਿਠਾ ਕੇ ਆਮੋ ਸਾਹਮਣੇ ਪੁੱਛ ਪੜਤਾਲ ਕਰਨੀ ਹੈ ਜਾਂ ਉਹਨਾਂ ਕੋਲ ਹੋਰ ਕੋਈ ਗੱਲ ਪੁੱਛਣੀ ਹੈ, ਉਹਨਾਂ ਨੇ ਯੂਆਪਾ ਲਾਤਾ। ਜੇ ਯੂਆਪਾ ਲੱਗਾ ਹੋਇਆ ਤੇ ਫਿਰ ਉਹ 2 ਸਾਲਾਂ ਤੱਕ ਬਗੈਰ ਚਲਾਨ ਪੇਸ਼ ਕੀਤੇ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਹੈ। ਇਹ ਜਿਹੜੀਆਂ ਟੈਕਨੀਕਲ ਚੀਜ਼ਾਂ ਹੈਗੀਆਂ ਨੇ, ਇਹ ਚੀਜ਼ਾਂ ਮੈਨੂੰ ਲੱਗਦਾ ਵੀ ਗੈਂਗਸਟਰਾਂ ਨੂੰ ਵੀ ਪਤਾ ਹੋਣਗੀਆਂ, ਉਹ ਵੀ ਅੱਜ ਕੱਲ੍ਹ ਇੰਨੇ ਕੁ ਤਾਂ ਸਿਆਣੇ ਹੋ ਚੁੱਕੇ ਨੇ। ਤੇ ਜਦੋਂ ਇਹ ਬਾਹਰ ਬਹਿੰਦੇ ਨੇ ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੁੰਦੇ, ਉਹੀ ਕਾਰਨ ਮੰਨ ਲਈਏ ਵੀ ਇਹਨਾਂ ਦਾ ਬਾਹਰ ਬਹਿਣ ਦਾ ਕਾਰਨ ਇਹ ਕਿ ਲੰਬਾ ਸਮਾਂ ਬੀਤ ਜੂਗਾ, ਇੱਧਰ ਲਿਆਉਣਾ ਬਹੁਤ ਔਖਾ ਉਹਨਾਂ ਨੂੰ। ਦੇਖੋ, ਇਹ ਉਹਨਾਂ ਦੀ ਭਾਵਨਾ ਬਾਰੇ ਮੈਂ ਤਾਂ ਨਹੀਂ ਕੁਝ ਦੱਸ ਸਕਦਾ ਵੀ ਉਹਨਾਂ ਦੀ ਕੀ ਭਾਵਨਾ ਹੋਵੇਗੀ। ਲੇਕਿਨ ਇੱਕ ਗੱਲ ਜ਼ਰੂਰ ਹੈ ਵੀ ਸਾਡੇ ਜਿਹੜੇ ਕਾਨੂੰਨ ਤੇ ਜਿਹੜੀ ਅਦਾਲਤੀ ਜਿਹੜੀ ਪ੍ਰਕਿਰਿਆ ਇਹ ਬਹੁਤ ਜ਼ਿਆਦਾ ਲੰਬੀ ਚੱਲਦੀ ਹੈ, ਜਿਹਦੇ ਕਰਕੇ ਲੋਕ ਅੱਕ ਜਾਂਦੇ ਨੇ ਤੇ ਥੱਕ ਜਾਂਦੇ ਨੇ, ਗਵਾਹ ਮਾਰੇ ਜਾਂਦੇ ਨੇ। ਕਈ ਵਾਰੀ ਉਹ ਆਪਣੀ ਉਮਰ ਭੋਗ ਕੇ ਇਸ ਦੁਨੀਆ ਤੋਂ ਚਲੇ ਜਾਂਦੇ ਨੇ। ਤੇ ਕਈ ਵਾਰੀ ਜਿਹੜੇ ਲੋਕ ਇੱਥੋਂ ਭੱਜ ਕੇ ਚਲੇ ਜਾਂਦੇ, ਉਹਨਾਂ ਨੂੰ ਹੁੰਦਾ ਵੀ ਜਦ ਤਾਈਂ ਕੇਸ ਚੱਲੇਗਾ ਪਤਾ ਨਹੀਂ ਕਿੰਨੇ ਸਾਡੇ ਹੱਕ 'ਚ ਗਵਾਹੀ ਦੇਣੀ, ਵੀ ਜੇ ਗਵਾਹ ਜਿਹੜਾ ਰੱਖਿਆ ਹੁੰਦਾ, ਨਾਮਜ਼ਦ ਕੀਤਾ ਹੁੰਦਾ ਜਾਂ ਜਿਹਦੇ ਵੱਲੋਂ FIR ਦਰਜ ਕਰਾਈ ਹੁੰਦੀ ਹੈ, ਪਤਾ ਨਹੀਂ ਉਹਨੇ ਰਹਿਣਾ ਕਿ ਨਹੀਂ ਰਹਿਣਾ। ਕਈ ਵਾਰੀ ਉਹਨਾਂ ਨੂੰ ਬੈਨੀਫਿਟ ਮਿਲਦਾ ਜਦੋਂ ਕੇਸ ਲੰਬੇ ਚੱਲਦੇ ਨੇ। ਤੇ ਇਹ ਵੀ ਇੱਕ ਜਿਹੜਾ ਬੰਦੇ ਦਾ ਮੁਕੱਦਮਾ ਦਰਜ ਹੋਇਆ ਹੁੰਦਾ ਉਹਦੇ ਮਨ ਦੀ ਭਾਵਨਾ ਹੁੰਦੀ ਹੈ, ਆਮ ਤੌਰ ਤੇ ਦੇਖਣਾ ਵੀ ਚਾਹੁੰਦਾ। ਬਾਕੀ ਜਿਹੜੇ ਇੱਥੋਂ ਭੱਜ ਗਏ ਨੇ ਉਹਨਾਂ ਦੀ ਕੀ ਮਨਸ਼ਾ ਹੈਗੀ ਹੈ, ਇਹਦੇ ਬਾਰੇ ਤਾਂ ਉਹੀ ਜ਼ਿਆਦਾ ਬੈਟਰ ਦੱਸ ਸਕਦਾ। ਕੀਨੀਆ ਦੇ ਵਿੱਚ ਵੀ ਹੁਣ ਜਿਵੇਂ ਜਿਹੜੇ 2 ਗੈਂਗਸਟਰ ਉੱਥੇ ਪੁਲਿਸ ਨੇ ਫੜ ਲਏ, ਉੱਥੇ ਰੋਕ ਲਏ ਗਏ ਨੇ, ਤੇ ਜੇਕਰ ਇਧਰੋਂ ਪ੍ਰੋਸੈਸ ਇਹ ਵਾਲਾ ਸ਼ੁਰੂ ਕਰ ਦਿੰਦੇ ਆ ਤਾਂ ਫਿਰ ਕੈਨੇਡਾ ਦੀ ਪੁਲਿਸ ਨੂੰ ਵੀ ਪਹਿਲਾਂ ਗੋਲਡੀ ਬਰਾੜ ਨੂੰ ਫੜਨਾ ਪਊਗਾ ਕਿ ਜਾਂ ਫਿਰ ਉਹ ਇੱਥੋਂ ਦੀ ਪੁਲਿਸ ਜਾ ਕੇ ਉੱਥੇ ਫੜੂਗੀ? ਜੇ ਇਹ ਪ੍ਰਕਿਰਿਆ ਕੀ ਹੋਊਗੀ? ਇੱਦਾਂ ਹੁੰਦਾ ਜਿਵੇਂ ਇੱਥੋਂ ਜਦੋਂ ਇੰਟਰਪੋਲ ਨੋਟਿਸ ਦੇ ਦਿੰਦੀ ਹੈ, ਉਹ ਰੈੱਡ ਕਾਰਨਰ ਨੋਟਿਸ ਦਿੰਦੀ ਤੇ ਉੱਥੇ ਉਹ ਬੰਦੇ ਨੂੰ ਇੰਟਰਸੈਪਟ ਕਰ ਲਿਆ ਜਾਂਦਾ ਹੈ, ਉਹਨੂੰ ਫੜ ਕੇ ਤੇ ਉਹਦੇ ਤੇ ਫਿਰ ਇੰਡੀਅਨ ਗਵਰਨਮੈਂਟ ਇੱਥੋਂ ਆਪਣਾ ਵਕੀਲ ਕਰਦੀ ਹੈ, ਉਹ ਉੱਥੇ ਜਾ ਕੇ ਐਕਸਟ੍ਰਾਡੀਸ਼ਨ ਦੇ ਅਰੇਂਜਮੈਂਟਸ ਦੇ ਅਧੀਨ ਹੀ
ਉਹਦੇ ਤੇ ਕੇਸ ਦਾਇਰ ਕੀਤਾ ਜਾਂਦਾ ਅਦਾਲਤ ਦੇ ਵਿੱਚ। ਉਹ ਫਿਰ ਅਦਾਲਤ ਡਿਸਾਈਡ ਕਰਦੀ ਹੈ ਵੀ ਬੰਦੇ ਨੂੰ ਭੇਜਣਾ ਕਿ ਨਹੀਂ ਭੇਜਣਾ। ਉਹਦੇ ਵਿੱਚ ਪੁਲਿਸ ਦਾ ਰੋਲ ਖਤਮ ਹੋ ਜਾਂਦਾ, ਇਨਵੈਸਟੀਗੇਸ਼ਨ ਏਜੰਸੀਜ਼ ਦਾ ਰੋਲ ਖਤਮ ਹੋ ਜਾਂਦਾ। ਇਹਨਾਂ ਨੇ ਆਪਣਾ ਕੇਸ ਪਲੀਡ ਕਰਨਾ ਵੀ ਆਹ ਬੰਦਾ ਸਾਨੂੰ ਫਲਾਣੇ ਕੇਸ 'ਚ ਚਾਹੀਦਾ, ਤੇ ਉਹ ਫਿਰ ਅਦਾਲਤ ਤੈਅ ਕਰਦੀ ਹੈ ਵੀ ਇਹਨੂੰ ਭੇਜਣਾ ਕਿ ਨਹੀਂ ਭੇਜਣਾ, ਤੇ ਜੇ ਭੇਜਣਾ ਤੇ ਵਿਦ ਕੰਡੀਸ਼ਨ ਭੇਜਣਾ, ਤੇ ਜਾਂ ਕਿਹੜੀ ਕੰਡੀਸ਼ਨ ਲਾ ਕੇ ਨਹੀਂ ਭੇਜਣਾ। ਮੋਟੇ ਤੌਰ ਦੇ ਉੱਪਰ ਇਹ ਗੱਲ ਕਹਿ ਸਕਦੇ ਕਿ ਇਹ ਬਹੁਤ ਲੰਬਾ ਪ੍ਰੋਸੈਸ ਹੈ, ਇਹਨੂੰ ਕਈ ਸਾਲ ਵੀ ਕਹਿ ਸਕਦੇ ਆ, ਕਈ ਮਹੀਨੇ ਲੱਗ ਸਕਦੇ ਨੇ ਇਹਨੂੰ। ਦੇਖੋ, ਇਹ ਦੋਨਾਂ ਦੇਸ਼ਾਂ ਦੀਆਂ ਆਪਸੀ ਜਿਹੜੇ ਤਾਲੁਕਾਤ ਹੋ ਗਏ ਨਾ, ਇਹਦੇ ਉੱਤੇ ਬੜਾ ਵੱਡਾ ਸਾਰਾ ਕੁਝ ਮਨਸਰ ਕਰਦਾ ਵੀ ਜੇਕਰ ਉੱਥੋਂ ਦੀਆਂ ਅਦਾਲਤਾਂ ਵਿੱਚ ਪੈਸੇ ਤੇ ਜਿੰਨੀਆਂ ਵੀ ਇੰਡੀਆ ਤੋਂ ਬਾਹਰ ਦੀਆਂ ਏਸ਼ੀਅਨ ਕੰਟਰੀਆਂ ਨੂੰ ਛੱਡ ਲਓ, ਜਿਹੜੀਆਂ ਵੈਸਟਰਨ ਕੰਟਰੀਜ਼ ਨੇ, ਇਹਨਾਂ ਦੀਆਂ ਜਿਹੜਾ ਅਦਾਲਤੀ ਪ੍ਰਕਿਰਿਆ ਉਹ ਬਹੁਤੀ ਕੋਈ ਗੁੰਝਲਦਾਰ ਨਹੀਂ ਹੈਗੀ, ਤੇ ਨਾ ਹੀ ਕੋਈ ਬਹੁਤਾ ਜ਼ਿਆਦਾ ਲੰਬਾ ਚੱਲਦਾ। ਲੇਕਿਨ ਜਿੱਥੇ ਦੋ ਕੰਟਰੀਆਂ ਦਾ ਸਵਾਲ ਆ ਜਾਂਦਾ, ਉੱਥੇ ਫਿਰ ਜਦੋਂ ਕੋਈ ਬੰਦਾ ਲਿਆਉਣਾ ਹੋਵੇ ਤੇ ਫਿਰ ਔਖਾ ਹੋ ਜਾਂਦਾ। ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦਾ ਆਂਦਾ ਹੀ ਨਹੀਂ। ਨੰਬਰ ਆਫ ਕੇਸਿਸ ਪੰਜਾਬ ਦੇ ਵਿੱਚ ਵੀ ਨੇ, ਜਿਹੜਾ ਪੰਜਾਬ ਦੇ ਵਿੱਚ ਜੋ ਸੰਘਰਸ਼ ਚੱਲਿਆ, ਉਹਨਾਂ ਨੌਜਵਾਨਾਂ ਨੂੰ ਬਾਹਰੋਂ ਐਕਸਟਰਾਡਾਈਟ ਕੀਤਾ ਗਿਆ, ਜਾਂ ਉੱਥੋਂ ਦੀਆਂ ਸਰਕਾਰਾਂ ਨੂੰ ਕਹਿ ਕੇ ਉਹਨਾਂ ਨੂੰ ਡਿਪੋਰਟ ਕਰਾਇਆ ਗਿਆ। ਦੋ ਤਰੀਕੇ ਨੇ। ਇੱਕ ਤੇ ਐਕਸਟਰਾਡੀਸ਼ਨ ਉਦੋਂ ਜ਼ਿਆਦਾ ਲੋੜ ਪੈਂਦੀ ਕਈ ਵਾਰੀ ਜਦੋਂ ਬੰਦਾ ਉਦੋਂ ਦਾ ਸਿਟੀਜ਼ਨ ਹੋ ਜਾਵੇ, ਉਹ ਕੰਟਰੀਆਂ ਆਪਣਾ ਸਿਟੀਜ਼ਨ ਨਹੀਂ ਭੇਜਦੀਆਂ, ਜਾਂ ਇੰਡੀਆ ਦਾ ਕੋਈ ਬੰਦਾ ਸਿਟੀਜ਼ਨ ਇੰਡੀਆ ਦਾ ਉਹ ਭਗੌੜਾ ਹੋ ਗਿਆ ਤਾਂ ਉੱਥੇ ਜਾ ਕੇ ਲੁੱਕ ਗਿਆ, ਉਦੋਂ ਲਿਆਉਣਾ ਹੈਗਾ। ਇੱਕ ਤਾਂ ਇਹ ਕੰਸੈਪਟ ਹੈਗਾ, ਤੇ ਦੂਜਾ ਇਹ ਹੈਗਾ ਵੀ ਜਦੋਂ ਬੰਦਾ ਸਾਡਾ ਹੀ ਹੈ ਲੇਕਿਨ ਅਸੀਂ ਬੁਲਾਉਣਾ ਚਾਹੁੰਦੇ ਹਾਂ, ਆਪਣਾ ਬੰਦਾ ਉੱਥੇ ਜਾ ਕੇ ਲੁੱਕ ਗਿਆ, ਉਹਦੇ ਵਾਸਤੇ ਕਈ ਵਾਰੀ ਇੰਨਾ ਲੈਂਥੀ ਪ੍ਰੋਸੈਸ ਨਹੀਂ ਹੁੰਦਾ। ਉਹੀ ਮੈਂ ਸਵਾਲ ਵੀ ਤੁਹਾਨੂੰ ਕਰਨ ਲੱਗਾ ਸੀਗਾ ਕਿ ਜੇ ਉੱਥੋਂ ਦਾ ਸਿਟੀਜ਼ਨ ਹੈ ਤਾਂ ਉਹਦੇ ਲਈ ਤਾਂ ਇੱਧਰ ਲਿਆਉਣਾ ਔਖਾ ਹੋ ਸਕਦਾ, ਤੇ ਜੇ ਦਾ ਇੱਧਰ ਦਾ ਨਾਗਰਿਕ ਹੈ ਤਾਂ ਉਹਨੂੰ ਲਿਆਉਣਾ ਸੌਖਾ ਹੈ, ਕਿ ਜਾਂ ਉਹਦੇ ਲਈ ਵੀ ਸੇਮ ਪ੍ਰੋਸੈਸ ਚੱਲਦਾ? ਮੈਂ ਦੱਸਦਾ ਨਾ, ਇਹਦੇ ਵਾਸਤੇ ਵੀ ਜਿਵੇਂ ਉੱਥੇ ਅਸਾਈਲਮ ਦੇ ਕੇਸ ਹੋ ਜਾਂਦੇ ਨੇ, ਉਹ ਕਹਿੰਦੇ ਵੀ ਸਾਨੂੰ ਪੋਲੀਟੀਕਲ ਸਟੇ ਦਿੱਤੀ ਜਾਵੇ, ਵੀ ਸਾਨੂੰ ਉੱਥੇ ਖਤਰਾ ਵੀ ਇਹ ਪੋਲੀਟੀਕਲ ਮਰਡਰ ਹੈਗਾ, ਤੇ ਸਾਨੂੰ ਉਹਦੇ ਵਿੱਚ ਜਾਣ-ਬੁੱਝ ਕੇ ਇੰਪਲੀਕੇਟ ਕਰ ਦਿੱਤਾ ਗਿਆ, ਨੋਮੀਨੇਟ ਕਰ ਦਿੱਤਾ ਗਿਆ, ਵੀ ਅਸੀਂ ਤਾਂ ਇੱਥੇ ਬੈਠੇ ਹਾਂ, ਅਸੀਂ ਕਿਵੇਂ ਮਰਡਰ ਕਰਾਤਾ ਜਾਂ ਮਰਡਰ ਕਰ ਦਿੱਤਾ, ਸਾਡੀ ਕੋਈ ਡਾਇਰੈਕਟ ਇਨਵੋਲਵਮੈਂਟ ਨਹੀਂ ਹੈਗੀ, ਸਾਡੇ ਵੱਲੋਂ ਬੰਦਾ ਮਾਰਿਆ ਨਹੀਂ ਗਿਆ। ਬੜੀਆਂ ਕਾਨੂੰਨੀ ਪੇਚੀਦਗੀਆਂ ਹੈਗੀਆਂ ਨੇ। ਜਿਵੇਂ ਗੋਲਡੀ ਨੇ ਤਾਂ ਆਪ ਜਨਤਕ ਤੌਰ ਦੇ ਉੱਪਰ ਫੇਸਬੁੱਕ ਤੇ ਪਾ ਕੇ ਮੰਨ ਲਿਆ, ਤਾਂ ਉਹਨੂੰ ਤਾਂ ਲਿਆਉਣਾ ਸੌਖਾ ਥੋੜਾ ਕਿ ਨਹੀਂ? ਵੈਸੇ ਇੰਡੀਅਨ ਕਾਨੂੰਨ ਦੇ ਮੁਤਾਬਕ ਜਿਹੜੀ ਕਨਫੈਸ਼ਨਲ ਸਟੇਟਮੈਂਟ ਹੈਗੀ, ਉਹਨੂੰ ਕਨਫੈਸ਼ਨਲ ਸਟੇਟਮੈਂਟ ਹੀ ਕਹਿ ਦਿੰਦੇ ਆ, ਵੀ ਆਪਣੇ ਗੁਨਾਹ ਨੂੰ ਕਬੂਲ ਕਰ ਲੈਣਾ, ਤੇ ਇਹਨੂੰ ਵੀਕ ਐਵੀਡੈਂਸ ਗਿਣਿਆ ਜਾਂਦਾ ਜਦ ਤੱਕ ਕੋਈ ਬੰਦਾ ਕੋਈ ਡਾਇਰੈਕਟ ਐਵੀਡੈਂਸ ਨਾ ਹੋਵੇ ਵੀ ਇਹਨੇ ਕੀਤਾ ਹੈ ਜਾਂ ਇਹਨੂੰ ਕਰਾਇਆ। ਤੇ ਬਾਕੀ ਉਹ ਜਿਹੜੀ ਕੇਸ ਦੀ ਫਾਈਲ ਦਾ ਪਾਰਟ ਹੈਗਾ, ਇਹ ਜਿਹੜੀਆਂ ਇਨਵੈਸਟੀਗੇਟਿੰਗ ਏਜੰਸੀਜ਼ ਨੇ ਜਾਂ ਜਿਹੜੇ ਇਸ ਕੇਸ ਨੂੰ ਹੈਂਡਲ ਕਰ ਰਹੇ, ਉਹ ਇਹਦੇ ਬਾਰੇ ਜ਼ਿਆਦਾ ਦੱਸ ਸਕਦੇ ਨੇ। ਬਾਕੀ ਜਦੋਂ ਵੀ ਕੋਈ ਬੰਦਾ ਬਾਹਰੋਂ ਲਿਆਣਾ, ਉਹਦੇ ਵਿੱਚ ਪਹਿਲਾਂ ਭਾਰਤੀ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਆਪਣੀਆਂ, ਉਹਨਾਂ ਨੂੰ ਉਹਦੇ ਵਾਸਤੇ ਪਹਿਲਾਂ ਉੱਥੇ ਲੰਬੀ ਲੜਾਈ ਲੜਨੀ ਪੈਣੀ ਹੈ। ਠੀਕ ਹੈ, ਧੰਨਵਾਦ ਗੱਲਬਾਤ ਕਰ ਲਈ। ਸੋ ਜੱਦੋਜਹਿਦ ਲੰਬੀ ਹੈ। ਗੋਲਡੀ ਬਰਾੜ ਨੇ ਹਾਲਾਂਕਿ ਜਨਤਕ ਤੌਰ ਦੇ ਉੱਪਰ ਮੰਨ ਜ਼ਰੂਰ ਲਿਆ ਸੀ, ਪਰ ਉਹਨੂੰ ਕੈਨੇਡਾ ਤੋਂ ਵਾਪਸ ਲਿਆਉਣਾ ਅਜੇ ਲੰਬੀ ਪ੍ਰਕਿਰਿਆ ਦਾ ਹਿੱਸਾ ਹੈ, ਕਿਉਂਕਿ ਜਿਸ ਤਰੀਕੇ ਨਾਲ ਢਿੰਗਰਾ ਸਾਹਿਬ ਨੇ ਸਮਝਾਇਆ ਕਿ ਇਹ ਟੈਕਨੀਕਲ ਚੀਜ਼ਾਂ ਜਿਹੜੀਆਂ ਨੇ ਦੋਵਾਂ ਦੇਸ਼ਾਂ ਦੇ ਵਿਚਾਲੇ ਬਹੁਤ ਸਾਰੀਆਂ ਨੇ, ਸਮਝੌਤੇ ਕਿਵੇਂ ਦੇ ਨੇ ਕੈਨੇਡਾ ਦੇ ਅਤੇ ਭਾਰਤ ਦੇ, ਤਾਂ ਉਹਨੂੰ ਇੱਕ ਲੰਬਾ ਪ੍ਰੋਸੈਸ ਹੈ, ਉਸ ਨੂੰ ਲਿਆਉਣ ਦਾ ਇੱਧਰ ਲਿਆਂਦਾ ਜਾਵੇਗਾ ਜਾਂ ਨਹੀਂ ਲਿਆਂਦਾ ਜਾਵੇਗਾ, ਇਹ ਵੀ ਇੱਕ ਵੱਡਾ ਸਵਾਲ ਹੈ। ਕਿਉਂਕਿ ਹੁਣ ਤੱਕ ਜਿਹੜਾ 3 ਮਹੀਨੇ ਦੇ ਕਰੀਬ ਇਹ ਸਮਾਂ ਹੋ ਚੱਲਿਆ ਉਸ ਦੇ ਕਤਲ ਨੂੰ ਤੇ ਕਬੂਲਨਾਮੇ ਨੂੰ, ਹੁਣ ਤੱਕ ਜਿਹੜਾ ਵਾ ਅਜੇ ਤੱਕ ਕੋਈ ਵੀ ਜਿਹੜੀ ਹੈ ਉਹ ਕਾਰਵਾਈ ਜਿਹੜੀ ਅਜੇ ਤੱਕ ਨਹੀਂ ਲੱਗ ਰਿਹਾ ਕਿ ਗੋਲਡੀ ਬਰਾੜ ਨੂੰ ਇੱਧਰ ਲਿਆਉਣ ਦੀ ਸ਼ੁਰੂ ਕੀਤੀ ਗਈ ਹੋਵੇ। ਉਮੀਦ ਹੈ ਕਿ ਜਿਨ੍ਹਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ, ਸਾਰੇ ਕਾਤਲਾਂ ਨੂੰ, ਚਾਹੇ ਉਹ ਵਿਦੇਸ਼ 'ਚ ਨੇ ਚਾਹੇ ਉਹ ਇੱਥੇ ਨੇ, ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।